वह प्रगटियो मर्द अगंबड़ा, वरियाम इकेला। वाह वाह गोबिंद सिंह आपे गुर चेला। वाह वाह गोबिंद सिंह आपे गुर चेला। सूरज किरण मिले जल का जल हुआ राम। सूरज किरण मिले जल का जल हुआ राम। ज्योति ज्योत रली संपूर्ण थिया राम। धन धन साहिब श्री गुरु ग्रंथ साहब महाराज जी दी पावन पवित्र पाक हजूरी विच जुड़ बैठे सत्संगी जनों, साहिबां दी अपार किरपा सदका अमृत वेले दे सजे दीवाना च गुरु घर दे कीर्तनिया पासों रबी बाणी का कीर्तन सरवण किया है। अज साहिबे कमाल सरवंश दानी अमृत के दाते दुष्ट दमन आपे गुरु चेला कलगीधर पिता गुरु गोबिंद सिंह महाराज जी का ज्योति जोत समाउण का पुरब है। गुरु महाराज जी के ज्योति जोत समाउण के पुरब के संबंध विच आप संगतां दे नाल विचारां सांझियां करनियां हन। जदों महाराज ज्योति जोत समाए उस वेले दा हजूर साहब दा की माहौल सी, ਸਿੰਘਾਂ दी दशा की सी, आओ अपनी सुरत उस धरती ते लैके चलीए जदों महाराज ने अपना ये चोला त्यागया सी अते सिखां नूं गुरु ग्रंथ साहब महाराज दे लड़ लाया सी। मनोवृत्तियां एकाग्र करो जी, प्रेम सहित फतेह दी सांझ करो। आखो जी वाहिगुरु जी का खालसा वाहिगुरु जी की फतेह। गुरु गोबिंद सिंह महाराज छे ਅਤੇ 7 अक्टूबर ਨੂੰ 1708 नादेड़ साहब की धरती हजूर साहब उत्थे ज्योति जोत समाए। ये सारा प्रसंग जदों असीं सरवण करते हैं इतिहास विचों, गुरु गोबिंद सिंह महाराज जी का जदों मिलाप बहादुर शाह दे नाल हुंदा है, बहादुर शाह गुरु साहब जी नूं मदद लई बेनती करदा है। औरंगजेब का यह पुत्र है बहादुर शाह। गुरु साहब महाराज अपने सिंह भेज के इसकी मदद करते हैं। बहादुर शाह गद्दी ते विराजमान हुंदा है। गुरु साहब जी दे नाल नेड़ता बढ़दी है। गुरु साहब दिल्ली
ਜੋ ਅਜ ਸਥਾਨ ਦਮਦਮਾ ਸਾਹਿਬ ਹੈ, ਇੱਥੇ ਟਿਕੇ ਹੋਏ ਸਨ। ਇੱਥੋਂ ਗੁਰੂ ਸਾਹਿਬ ਜੀ ਆਗਰਾ ਜਾਂਦੇ ਹਨ ਅਤੇ ਆਗਰੇ ਦੀ ਧਰਤੀ 'ਤੇ ਬਹਾਦਰ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਿਲਤ ਦਿੱਤੀ ਜਾਂਦੀ ਹੈ। ਰਾਜ ਦਰਬਾਰ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਮਹਾਰਾਜ ਦਾ। ਪਰ ਗੁਰੂ ਸਾਹਿਬ ਜੀ ਨੇ ਉਹ ਖਿਲਤ ਜਿਹੜੀ ਸੀ, ਉਹਦਾ ਇੱਕ ਨੇਮ ਹੁੰਦਾ ਸੀ ਕਿ ਉਹ ਰਾਜ ਦਰਬਾਰ ਦੇ ਵਿੱਚ ਹੀ ਪਾਣੀ ਪੈਂਦੀ ਸੀ। ਪਰ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਦੇ ਹੱਥੋਂ ਉਹ ਆਪਣੇ ਤੰਬੂ ਵਿੱਚ ਭਿਜਵਾ ਦਿੱਤੀ ਅਤੇ ਉਹ ਖਿਲਤ ਜਿਹੜੀ ਸੀ ਪ੍ਰਵਾਨ ਨਾ ਕੀਤੀ। ਰਾਜ ਦਰਬਾਰੀਆਂ ਨੇ ਇਤਰਾਜ਼ ਕੀਤਾ। ਬਹਾਦਰ ਸ਼ਾਹ ਨੇ ਆਖਿਆ ਕਿ ਇਹ ਸਾਡੇ ਪੀਰ ਹਨ, ਗੁਰੂ ਹਨ, ਇਸ ਕਰਕੇ ਇਹਨਾਂ ਦੇ ਲਈ ਉਹ ਨੇਮ ਨਹੀਂ ਹੈ ਜੋ ਆਮ ਬੰਦਿਆਂ ਵਾਸਤੇ ਖਿਲਤ ਪਾਉਣ ਦਾ ਨੇਮ ਹੈ। ਉੱਥੋਂ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਵੱਲ ਤੁਰਦੇ ਹਨ। ਇਹ ਖਬਰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਦੀ ਬਹਾਦਰ ਸਾਹਿਬ ਦੇ ਨਾਲ ਬੜੀ ਨੇੜਤਾ ਬਣ ਗਈ ਹੈ ਅਤੇ ਉਸ ਨੂੰ ਬੜਾ ਫਿਕਰ ਪੈਣ ਲੱਗ ਪਿਆ ਸੀ ਕਿ ਹੁਣ ਮੇਰਾ ਕੀ ਹੋਵੇਗਾ, ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਾ ਨੂੰ ਬੇਰਹਿਮੀ ਦੇ ਨਾਲ ਨੀਹਾਂ ਵਿੱਚ ਚਿਣ ਕੇ ਕਤਲ ਕਰ ਦਿੱਤਾ ਹੈ। ਇਸ ਕਰਕੇ ਇਸਦੇ ਮਨ ਦੇ ਅੰਦਰ ਇਹ ਵਿਚਾਰ ਆਈ ਵੀ ਕਿਸੇ ਢੰਗ ਦੇ ਨਾਲ ਕੋਈ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰ ਦਿੱਤਾ ਜਾਏ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਮੇਰੇ ਉੱਤੇ ਬਹਾਦਰ ਸ਼ਾਹ ਨੇ ਕੋਈ ਨਾ ਕੋਈ ਤੋਹਮਤ ਲਾ ਕੇ ਤੇ ਮੈਨੂੰ ਮਾਰ ਦੇਣਾ। ਇਸ ਤਰ੍ਹਾਂ ਦੀ ਵਿਚਾਰ ਉਸਦੇ ਮਨ ਵਿੱਚ ਚੱਲ ਰਹੀ ਸੀ। ਉਸਨੇ 2 ਪਠਾਨ ਜਦੋਂ ਗੁਰੂ ਸਾਹਿਬ ਜੀ ਦੱਖਣ ਵੱਲ ਗਏ ਤੇ ਉਹ ਨਿਯਤ ਕਰ ਦਿੱਤੇ। ਉਹ ਦੋਨੋਂ ਪਠਾਨ ਹੀ ਬਹਾਦਰ ਸ਼ਾਹ ਦੀ ਫੌਜ ਵਿੱਚੋਂ ਹੀ ਸਨ ਜਿਹੜੇ ਨਿਯਤ ਕੀਤੇ ਗਏ। ਉਸ ਸਮੇਂ ਦੀ ਉਡੀਕ ਕਰ ਰਹੇ ਸਨ ਵੀ ਕੋਈ ਸਮਾਂ ਆਵੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲਾ ਕੀਤਾ ਜਾਏ। ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਹੈ ਤੇ ਵੈਸੇ ਨਾਮ ਰੱਖਿਆ ਸੀ ਭਾਈ ਗੁਰਬਖਸ਼ ਸਿੰਘ। ਜਦੋਂ ਅੰਮ੍ਰਿਤ ਕੋਈ ਛਕਦਾ ਹੈ ਤਾਂ 5 ਪਿਆਰੇ ਉਸ ਦਾ ਨਾਮ ਰੱਖਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ। ਨਾਮ ਰੱਖਿਆ ਸੀ ਗੁਰਬਖਸ਼ ਸਿੰਘ, ਪਰ ਉਸਨੇ ਆਖਿਆ ਸੀ ਮੈਂ ਤੁਹਾਡਾ ਬੰਦਾ ਹਾਂ, ਇਸ ਕਰਕੇ ਕੌਮ ਦੇ ਵਿੱਚ ਬੰਦਾ ਸਿੰਘ ਬਹਾਦਰ ਕਰਕੇ ਉਹਦਾ ਨਾਮ ਸਾਰੇ ਜਾਣਦੇ ਹਨ। ਅਸੀਂ ਸਤਿਕਾਰ ਨਾਲ ਹੁਣ ਬਾਬਾ ਬੰਦਾ ਸਿੰਘ ਬਹਾਦਰ ਆਖਦੇ ਹਾਂ। ਉਸਦੇ ਸਥਾਨ 'ਤੇ ਹੀ ਜਦੋਂ ਗੁਰੂ ਸਾਹਿਬ ਬਿਰਾਜਮਾਨ ਸਨ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੋਇਆ। ਪਾਠ ਕਰਕੇ ਗੁਰੂ ਸਾਹਿਬ ਜੀ ਆਪਣੇ ਤੰਬੂ ਵਿੱਚ ਆਰਾਮ ਕਰਨ ਚਲੇ ਜਾਂਦੇ ਨੇ। ਇੱਕ ਪਠਾਨ ਤੰਬੂ ਤੋਂ ਬਾਹਰ ਖੜਾ ਹੋ ਜਾਂਦਾ ਅਤੇ ਇੱਕ ਪਠਾਨ ਅੰਦਰ ਜਾ ਕੇ ਗੁਰੂ ਸਾਹਿਬ ਵਿਸ਼ਰਾਮ ਕਰ ਰਹੇ ਸਨ। ਸ਼ਾਮ ਦਾ ਵਕਤ ਸੀ, ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਦੀ ਗੱਲ ਹੈ। ਹਮਲਾ ਕਰ ਦਿੰਦਾ ਹੈ। ਹਮਲਾ ਇਤਨੀ ਤੇਜ਼ੀ ਨਾਲ ਕੀਤਾ, ਗੁਰੂ ਸਾਹਿਬ ਜੀ ਨੂੰ ਬਹੁਤ ਡੂੰਘਾ ਜ਼ਖਮ, ਢਿੱਡ ਦੇ ਵਿੱਚ ਛੁਰਾ ਉਸਨੇ ਵਾਰ ਕੀਤਾ। ਗੁਰੂ ਸਾਹਿਬ ਦੇ ਉੱਤੇ ਦੂਜਾ ਵਾਰ ਕਰਨ ਹੀ ਲੱਗਾ ਸੀ, ਉਹਨਾਂ ਚਿਰ ਦੇ ਵਿੱਚ ਮਹਾਰਾਜ ਜੀ ਨੇ ਕਿਰਪਾਨ ਆਪਣੀ ਚੱਕ ਕੇ ਉਹਦੀ ਧੌਣ ਲਾ ਦਿੱਤੀ। ਦੂਜੇ ਪਠਾਨ ਨੂੰ ਪਤਾ ਚੱਲਿਆ, ਉਹ ਭੱਜਣ ਲੱਗਾ। ਸਿੰਘਾਂ ਨੇ ਵੇਖਿਆ ਵੀ ਕੋਈ ਬੰਦੇ ਦੇ ਭੱਜਣ ਦੀ ਆਵਾਜ਼ ਆ ਰਹੀ ਹੈ। ਜਿਹੜੇ ਪਹਿਰੇ 'ਤੇ ਸਿੰਘ ਸਨ ਉਹਨਾਂ ਨੇ ਦੇਖਿਆ ਕਿ ਕੋਈ ਬੰਦਾ ਹੈ ਜਿਸ ਨੇ ਆਪਣੇ ਮੂੰਹ ਨੂੰ ਕੱਜਿਆ ਹੋਇਆ ਹੈ। ਅਤੇ ਪਿਆਰ ਵਾਲੇ ਉਸ ਵੇਲੇ ਫਿਰ ਉਹਨਾਂ ਸਿੰਘਾਂ ਨੇ ਇਹਨੂੰ ਫੜਿਆ, ਇਹਨੂੰ ਕੁੱਟਿਆ। ਇਸਨੇ ਫਿਰ ਸਾਰੀ ਗੱਲ ਦੱਸੀ ਕਿ ਵਜ਼ੀਰ ਖਾਨ ਨੇ ਮੂੰਹ ਮੰਗੇ ਪੈਸੇ ਦਿੱਤੇ ਸਨ ਔਰ ਸਾਡੀ ਡਿਊਟੀ ਲਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰਨ ਦੀ, ਅਤੇ ਮੇਰੇ ਇੱਕ ਸਾਥੀ ਨੇ ਮਹਾਰਾਜ ਦੇ ਉੱਤੇ ਵਾਰ ਕੀਤਾ ਹੈ। ਜਦੋਂ ਸਿੰਘ ਅੰਦਰ ਗਏ ਤੇ ਮਹਾਰਾਜ ਨੂੰ ਦੇਖਦੇ ਹਨ, ਪੂਰਾ ਸਰੀਰ ਖੂਨ ਦੇ ਨਾਲ ਲਥਪਥ ਹੋਇਆ ਪਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ।
ਡੂੰਘਾ ਜ਼ਖਮ ਸੀ। ਉਹਨਾਂ ਦਿਨਾਂ ਦੇ ਵਿੱਚ ਕੋਈ ਅੰਗਰੇਜ਼ ਵੈਦ ਵਿਦੇਸ਼ੋਂ ਉਸ ਇਲਾਕੇ 'ਚ ਆਇਆ ਹੋਇਆ ਸੀ। ਉਸ ਨੂੰ ਸੱਦ ਕੇ ਔਰ ਗੁਰੂ ਸਾਹਿਬ ਜੀ ਦੇ ਉਹ ਜਿਹੜੇ ਜ਼ਖਮ ਸਨ ਉਹ ਸਿਉਂ ਦਿੱਤੇ। ਜ਼ਖਮ ਸਿਉਣ ਤੋਂ ਬਾਅਦ 10-15 ਦਿਨ ਲੰਘ ਜਾਂਦੇ ਹਨ। ਉਸ ਨੂੰ ਬੂਰ ਪੈਣ ਲੱਗ ਪੈਂਦਾ ਹੈ, ਪਾਉ ਜ਼ਖਮ ਸੁੱਕਣ ਲੱਗ ਪੈਂਦਾ ਹੈ। ਗੁਰੂ ਸਾਹਿਬ ਜੀ ਇੱਕ ਦਿਨ ਦੇ ਅੰਦਰ ਬੈਠੇ ਹੋਏ, ਤੀਰ ਕਮਾਨ ਮਹਾਰਾਜ ਦੇ ਹੱਥ ਵਿੱਚ ਹੈ ਅਤੇ ਚਿੱਲਾ ਚਾੜਨ ਲੱਗੇ ਹਨ, ਪਾਓ ਕਿ ਤੀਰ ਨੂੰ ਖਿੱਚਣ ਲੱਗੇ ਨੇ। ਕਿਉਂਕਿ ਮਹਾਰਾਜ ਨੂੰ ਤੀਰ ਕਮਾਨ ਚਲਾਉਣ ਦਾ ਬੜਾ ਸ਼ੌਕ ਸੀ, ਬੜਾ ਖੁਸ਼ ਹੋ ਕੇ ਚਲਾਉਂਦੇ ਸਨ ਔਰ ਬੜੇ ਵੱਡੇ ਨਿਸ਼ਾਨਚੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ। ਜਿਵੇਂ ਹੀ ਜ਼ੋਰ ਲਾਇਆ ਇਸ ਤਰ੍ਹਾਂ, ਅਤੇ ਉਹ ਜਿਹੜੇ ਜ਼ਖਮ ਸਿੱਤੇ ਗਏ ਸਨ ਉਹ ਜ਼ਖਮ ਖੁੱਲ੍ਹ ਗਏ। ਉਹਨਾਂ ਵਿੱਚ ਫਿਰ ਲਹੂ ਵਗਣ ਲੱਗ ਪਿਆ। ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ 6 ਅਤੇ 7 ਅਕਤੂਬਰ ਦੀ ਇਹ ਰਾਤ ਸੀ। ਗੁਰੂ ਸਾਹਿਬ ਜੀ ਨੇ ਫਿਰ ਪ੍ਰਕਾਸ਼ ਕਰਾਇਆ ਅੰਮ੍ਰਿਤ ਵੇਲੇ। ਗੁਰੂ ਸਾਹਿਬ ਨੇ ਰਾਤ ਨੂੰ ਹੀ ਕਹਿ ਦਿੱਤਾ ਸੀ ਕਿ ਅਸੀਂ ਸਵੇਰ ਹੋਏਗੀ ਅਸੀਂ ਚਲੇ ਜਾਣਾ। ਗੁਰੂ ਸਾਹਿਬ ਜੀ ਨੇ ਉਸ ਦਿਨ ਸਵੇਰ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਗੁਰਗੱਦੀ ਦਿੱਤੀ ਅਤੇ ਸਿੰਘਾਂ ਨੂੰ ਆਖਿਆ ਕਿ ਅੱਜ ਅਸੀਂ ਫਿਰ ਚਲੇ ਜਾਣਾ। ਅੱਜ ਤੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਇਹ ਹੁਕਮ ਸਿੱਖਾਂ ਨੂੰ ਸੁਣਾ ਕੇ ਕਿ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਿੱਖਾਂ ਨੇ ਬੜਾ ਯਤਨ ਕੀਤਾ ਮਹਾਰਾਜ, ਕਿਉਂਕਿ ਮਹਾਰਾਜ ਨੇ ਕਮਰ ਕੱਸਾ ਬੰਨਿਆ ਹੋਇਆ ਸੀ। ਜਦੋਂ ਉਹ ਜ਼ਖਮ ਫਿਰ ਖੁੱਲ੍ਹ ਗਿਆ ਸੀ, ਟਾਈਟ ਕਰਕੇ ਗੁਰੂ ਸਾਹਿਬ ਜੀ ਨੇ ਕਮਰ ਕੱਸਾ ਬੰਨਿਆ ਹੋਇਆ ਸੀ। ਸਿੰਘ ਆਖਣ ਲੱਗੇ, ਮਹਾਰਾਜ ਤੁਹਾਡੇ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ, ਕਿਉਂਕਿ ਅਜੇ ਮਹਾਰਾਜ ਜੀ ਦੀ ਕੇਵਲ 42 ਸਾਲ ਉਮਰ ਸੀ। ਔਰ ਤੁਸੀਂ ਵੇਖੋ ਕਿ ਗੁਰੂ ਪਿਤਾ ਮਹਾਰਾਜ ਨੇ ਇਸ ਉਮਰ ਦੇ ਵਿੱਚ ਇਤਨੇ ਵੱਡੇ ਕਾਰਨਾਮੇ ਕੀਤੇ ਕਿ ਅਸੀਂ ਇਸ ਰਸਨਾ ਤੋਂ ਬਿਆਨ ਨਹੀਂ ਕਰ ਸਕਦੇ। 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਤੀਆਂ, ਕਈ 16 ਵੀ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸਿੰਘ ਬੈਠੇ ਹਨ ਔਰ ਵਿਦਵਾਨਾਂ ਨੇ ਲਿਖਿਆ ਕਿ ਜਦੋਂ ਮਹਾਰਾਜ ਨੇ ਉਹ ਚਿੱਲਾ ਚਾੜਿਆ ਸੀ ਨਾ, ਕਹਿੰਦੇ ਅੱਲੇ ਆਹੇ ਘਾਓ ਕਮਾਨਾ ਕਹਿ ਦਿੱਤੀ ਕਸੀਰ, ਕਹਿੰਦੇ ਸਭੇ ਮਨਾ ਕਰ ਰਹੇ ਬੇਪਰਵਾਹ ਜਗਦੀਸ਼। ਵੈਸੇ ਸਿੱਖ ਸਾਰੇ ਮਨਾ ਕਰ ਰਹੇ ਸਨ, ਮਹਾਰਾਜ ਇਹ ਜਿਹੜੀ ਤੀਰ ਕਮਾਨ ਦਾ ਚਿੱਲਾ ਹੈ ਇਸ 'ਤੇ ਜੋੜ ਬੜਾ ਲੱਗਦਾ, ਇਸ ਨੂੰ ਨਾ ਖਿੱਚੋ। ਪਰ ਜਗਤ ਦੇ ਈਸ਼ਵਰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੇਪਰਵਾਹ ਸਨ, ਕਿਉਂਕਿ ਪਰਮਾਤਮਾ ਬੇਪਰਵਾਹ, ਪਰਮਾਤਮਾ ਸਰੂਪ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਵੀ ਬੇਪਰਵਾਹ ਹਨ, ਜਗਤ ਦੇ ਈਸ਼ਵਰ ਸਰੂਪ ਨੇ। ਜਿਹਨੂੰ ਭੱਟਾ ਨੇ ਕਿਹਾ ਸੀ, ਗੁਰੂ ਨਾਨਕ ਜੋਤ ਨੂੰ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਆਪ ਪਰਮਾਤਮਾ ਦਾ ਰੂਪ ਸੰਸਾਰ ਦੇ ਅੰਦਰ ਪ੍ਰਗਟ ਹੋਏ। ਹੁਣ ਕੀ ਹੋਇਆ, ਜਦੋਂ ਮਹਾਰਾਜ ਨੇ ਕਮਾਨ ਖਿੱਚੀ ਨਾ, ਤੇ ਵਿਦਵਾਨ ਲਿਖਦੇ ਕਹਿੰਦੇ ਜ਼ਖਮ ਗਏ ਖੁੱਲ ਫੁੱਟ ਲਹੂ ਚਲਿਆ। ਜਿਹੜੇ ਜ਼ਖਮ ਸਨ ਉਹ ਖੁੱਲ੍ਹ ਗਏ ਤੇ ਫਿਰ ਲਹੂ ਵਗਣ ਲੱਗ ਪਿਆ। ਸਮਾਂ ਬਹੁਤਾ ਆਏ ਰਹੇ ਨਹੀਂ ਟਲਿਆ, ਸਮਾਂ ਉਹ ਨੇੜੇ ਆ ਗਿਆ ਤੇ ਰਹੇ ਨਹੀਂ ਟਲਿਆ। ਮਹਾਰਾਜ ਕਹਿੰਦੇ ਹੁਣ ਸਾਧੂ ਕਹਿੰਦੇ ਹੁਣ ਉਹ ਸਮਾਂ ਭਾਈ ਨੇੜੇ ਆ ਗਿਆ, ਅਸੀਂ ਹੁਣ ਚਲੇ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘ ਕੋਲ ਬੈਠੇ ਨੇ, ਗੱਲਾਂ ਬਾਤਾਂ ਹੋ ਰਹੀਆਂ ਹਨ। ਉੱਥੇ ਦਾ ਇੱਕ ਸੀਨ ਦੇਖਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਬੈਠੇ ਨੇ, ਗੁਰੂ ਸਾਹਿਬ ਦਾ ਜ਼ਖਮ ਖੁੱਲਿਆ ਹੋਇਆ, ਮਹਾਰਾਜ ਨੇ ਕਮਰ ਕੱਸਾ ਕੀਤਾ ਹੋਇਆ, ਸਿੰਘ ਸਾਹਮਣੇ ਬੈਠੇ ਨੇ, ਗੱਲਾਂ ਬਾਤਾਂ ਚੱਲ ਰਹੀਆਂ ਹਨ। ਹਜ਼ੂਰ ਸਾਹਿਬ ਦਾ ਸੀਨ ਦੇਖਣਾ ਜਦੋਂ ਮਹਾਰਾਜ ਆਪਣੇ ਸਿੰਘਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਨ। ਗੁਰੂ ਸਾਹਿਬ ਜੀ ਨੇ ਆਖਣ ਲੱਗੇ ਦੋਏ ਜਾਮ ਰਹਿਣ ਗਈ ਤਾਂ ਤਿਆਰੀ ਵਜਾਈ। ਜਦੋਂ ਗੁਰਗੱਦੀ ਦੇ ਦਿੱਤੀ, ਇੱਕ ਦਿਨ ਲੰਘ ਜਾਂਦਾ ਹੈ, ਅਗਲੇ ਦਿਨ ਦੀ ਜਿਹੜੀ ਰਾਤ ਚੜ੍ਹਦੀ ਹੈ। 2 ਜਾਮ ਰਾਤ ਗਈ, ਪਾਓ ਕਿ 2 ਜਾਮ 2 ਪਹਿਰ ਰਾਤ ਲੰਘ ਗਈ, ਪਾਓ ਕਿ 12 ਵਜ ਗਏ ਰਾਤ ਦੇ।
ਗੁਰੂ ਸਾਹਿਬ ਜੀ ਨੇ ਆਖਿਆ ਵੀ ਸਾਡੀ ਹੁਣ ਤਿਆਰੀ ਹੈ। 2 ਜਾਮ ਰਹਿਣ ਗਈ ਤਿਆਰੀ ਵਜਾਈ, ਸਿੰਘਾਂ ਹੱਥ ਜੋੜ ਕਰ ਬੇਨਤੀ ਪੁਛਾਈ। ਸਿੰਘਾਂ ਨੇ ਹੱਥ ਜੋੜੇ, ਬੇਨਤੀ ਪੁੱਛੀ ਮਹਾਰਾਜ। ਕਹਿੰਦੇ ਗਰੀਬ ਨਿਵਾਜ ਸਿੰਘ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ। ਮਹਾਰਾਜ ਇਹ ਸੰਗਤ ਤੇਰੀ ਹੈ, ਇਸ ਦਾ ਕੀ ਹੋਏਗਾ। ਤੇ ਬਚਨ ਕੀਤਾ ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਮਹਾਰਾਜ ਕਹਿੰਦੇ ਤੁਹਾਨੂੰ ਗੱਲ ਸਮਝਾ ਦਿੱਤੀ ਹੈ, ਅੱਜ ਤੋਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਬਚਨ ਕੀਤਾ ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗੇ ਰਹਿਣਾ। ਸਿੱਖੀ ਦਾ ਮਿਸ਼ਨ ਹੀ ਇਹ ਸੀ ਕਿ ਰੱਬ ਦੇ ਸੇਵਕ ਬਣ ਕੇ, ਰੱਬ ਦੇ ਪਿਆਰੇ ਬਣ ਕੇ ਜ਼ਿੰਦਗੀ ਦੇਣੀ। ਦੇਖੋ ਮੈਂ ਕਈ ਵਾਰੀ ਬੇਨਤੀ ਕਰਦਾ, ਸਿੱਖੀ ਦਾ ਮਿਸ਼ਨ ਹੀ ਇੱਕੋ ਹੈ, ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ। ਕਈ ਵਾਰੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ। ਕੱਲ੍ਹ ਮੈਨੂੰ ਨਾ ਕੋਈ ਆਖਣ ਲੱਗਾ, ਕਿਤੇ ਪਟਾਕਿਆਂ ਦੀ ਗੱਲ ਚੱਲ ਰਹੀ ਸੀ, ਕਹਿੰਦੇ ਦੀਵਾਲੀ 'ਤੇ ਬੜੇ ਪਟਾਕੇ ਚਲੇ। ਅਤੇ ਉਹ ਮੈਨੂੰ ਕਹਿਣ ਲੱਗਾ ਜੀ ਛਠ ਪੂਜਾ ਆ ਰਹੀ ਹੈ, ਸਾਡੇ ਵਿੱਚ ਛਠ ਪੂਜਾ 'ਤੇ ਬੜੇ ਪਟਾਕੇ ਚੱਲਦੇ ਹਨ। ਮੈਂ ਪੁੱਛਿਆ ਭਾਈ ਕਿਉਂ ਚੱਲਦੇ ਨੇ। ਕਹਿੰਦੇ ਕਿਉਂਕਿ ਅਸੀਂ ਰੱਬ ਦੀ ਪੂਜਾ ਕਰਨੀ, ਇਸ ਕਰਕੇ ਉਸ ਦੀ ਖੁਸ਼ੀ ਵਿੱਚ ਪਟਾਕੇ ਚਲਾਉਂਦੇ ਹਾਂ। ਪਰ ਮੈਂ ਕਿਹਾ ਫਿਰ ਗੁਸਤਾਖੀ ਮਾਫ, ਪਰ ਪੂਜਾ ਕੋਈ ਨਹੀਂ ਹੋ ਰਹੀ। ਰੱਬ ਦੀ ਪੂਜਾ ਦਾ ਅਰਥ ਸੀ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਪਿਆਰ ਕਰਨਾ। ਜਿਹੜੀ ਰੱਬ ਨੇ ਕੁਦਰਤ ਬਣਾਈ ਹੈ ਨਾ, ਉਸ ਨੂੰ ਪਿਆਰ ਕਰਨਾ। ਅਤੇ ਤੁਸੀਂ ਪਟਾਕੇ ਚਲਾ ਕੇ ਮੇਰੇ ਮਾਲਕ ਦੀ ਬਣਾਈ ਹੋਈ ਕੁਦਰਤ ਨੂੰ ਗੰਦਾ ਕਰ ਰਹੇ ਹੋ, ਮੈਲਾ ਕਰ ਰਹੇ ਹੋ। ਇਹ ਤੁਹਾਡੀ ਕੋਈ ਪੂਜਾ ਨਹੀਂ। ਸਾਡੀ ਵੀ ਕੋਈ ਦੀਵਾਲੀ ਦੀ ਪੂਜਾ ਨਹੀਂ, ਮਾਫ ਕਰਨਾ। ਜੇ ਅਸੀਂ ਇਸ ਢੰਗ ਦੇ ਨਾਲ ਕਰ ਰਹੇ ਹਾਂ ਜਾਂ ਗੁਰੂ ਸਾਹਿਬਾਨਾਂ ਦੀ ਗੁਰਪੁਰਬ ਮਨਾ ਰਹੇ ਹਾਂ ਔਰ ਇਹ ਕਰਦੇ ਹਾਂ ਨਾ, ਇਹ ਸਭ ਕੁਝ ਗੁਰਮਤਿ ਦੇ ਉਲਟ ਹੈ। ਸਾਰਾ ਕੁਝ ਪੂਜਾ ਕਰਨ ਦਾ ਅਰਥ ਹੀ ਇਹ ਹੈ ਕਿ ਰੱਬ ਨੂੰ ਪੂਜਣਾ। ਅਤੇ ਰੱਬ ਨੂੰ ਪੂਜਣ ਦਾ ਅਰਥ ਹੈ ਕਿ ਰੱਬ ਦੀ ਬਣਾਈ ਕੁਦਰਤ ਨੂੰ ਪਿਆਰ ਕਰਨਾ, ਉਸ ਦਾ ਸਤਿਕਾਰ ਕਰਨਾ, ਉਸ ਦੀ ਬਹਾਲੀ ਕਰਨੀ, ਉਸ ਦੀ ਕੁਦਰਤ ਦਾ ਖਿਆਲ ਰੱਖਣਾ। ਗੁਰੂ ਨਾਨਕ ਪਾਤਸ਼ਾਹ ਨੇ ਇਤਨਾ ਵੱਡਾ ਸੰਦੇਸ਼ ਸਾਨੂੰ ਬਖਸ਼ਿਆ ਸੀ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮੈਂ ਬਲਿਹਾਰ ਹਾਂ ਤੇਰੀ ਕੁਦਰਤ ਤੋਂ। ਸੋ ਸਿੱਖਾਂ ਨੇ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਸਾਡੀ ਪੂਜਾ ਹੈ ਪਰਮਾਤਮਾ ਦੀ ਕੁਦਰਤ ਨੂੰ ਪਿਆਰ ਕਰਨਾ, ਉਸ ਨੂੰ ਬਚਾਉਣਾ, ਉਸ ਦੀ ਰਖਵਾਲੀ ਕਰਨੀ। ਇਸ ਕਰਕੇ ਸਿੱਖੀ ਜਿਹੜਾ ਸਰੂਪ ਹੈ ਉਹ ਕੁਦਰਤੀ ਸਰੂਪ ਜੋ ਮਾਲਕ ਨੇ ਸਾਨੂੰ ਦਿੱਤਾ। ਇਸ ਕਰਕੇ ਅਸੀਂ ਇਸ ਸਰੂਪ ਨੂੰ ਸੰਭਾਲ ਕੇ ਰੱਖਦੇ ਹਾਂ। ਇਸ ਸਰੂਪ ਨੂੰ ਬਚਾਉਣ ਖਾਤਰ ਅਸੀਂ ਬੰਦ ਕਟਾਏ ਹੈ। ਇਸ ਸਰੂਪ ਦੀ ਖਾਤਰ ਅਸੀਂ ਖੋਪੜੀਆਂ ਲਵਾਈਆਂ ਹਨ। ਨਹੀਂ ਤਾਂ ਉਹ ਕਹਿੰਦੇ ਸਨ ਆਪਣਾ ਸਰੂਪ ਛੱਡ ਦਿਓ ਅਤੇ ਤੁਹਾਨੂੰ ਛੱਡ ਦਿੱਤਾ ਜਾਏਗਾ। ਗੱਲ ਕੁਛ ਵੀ ਨਹੀਂ ਸੀ, ਕਿਉਂਕਿ ਅਸੀਂ ਕੁਦਰਤ ਨੂੰ ਪਿਆਰ ਕਰਦੇ ਹਾਂ, ਕੁਦਰਤ ਦੇ ਨੇਮ 'ਚ ਰਹਿਣਾ ਚਾਹੁੰਦੇ ਹਾਂ। ਇਹੀ ਸਾਡੀ ਪੂਜਾ ਹੈ। ਔਰ ਕੋਈ ਆਖੇ ਵੀ ਕੁਦਰਤ ਨੂੰ ਵਿਗਾੜ ਕੇ, ਕੁਦਰਤ ਨੂੰ ਜੋ ਖ਼ਤਮ ਕਰਕੇ, ਮਾਲਕ ਦੀ ਬਣਾਈ ਕੁਦਰਤ ਦੇ ਨਾਲ ਖਿਲਵਾੜ ਕਰਕੇ ਅਸੀਂ ਪੂਜਾ ਕਰ ਰਹੇ ਹਾਂ, ਅਤੇ ਇਹ ਸਾਡਾ ਸਾਰਿਆਂ ਦਾ ਭੁਲੇਖਾ ਹੋ ਸਕਦਾ। ਪੂਜਾ ਕੋਈ ਨਹੀਂ ਹੈ। ਪੂਜਣ ਦਾ ਅਰਥ ਹੈ ਉਹਦਾ ਸਤਿਕਾਰ ਕਰਨਾ, ਉਸਦੀ ਕੁਦਰਤ ਦਾ, ਜੋ ਉਸਨੇ ਬਣਾਇਆ ਉਸ ਦੇ ਅਨੁਸਾਰ ਜੀਵਨ ਜਿਉਣਾ, ਉਸਦੀ ਕੁਦਰਤ ਨੂੰ ਸਾਫ ਸੁਥਰਾ ਰੱਖਣਾ। ਇਹ ਸਾਰੇ ਮਨੁੱਖਤਾ ਦੇ ਹਿੱਸੇ ਆਇਆ ਔਰ ਮਨੁੱਖਤਾ ਨੂੰ ਕਰਨਾ ਚਾਹੀਦਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ, ਸਿੱਖ ਸੰਗਤ ਬੈਠੀ ਹੋਈ ਹੈ, ਗੱਲਾਂ ਬਾਤਾਂ ਚੱਲ ਰਹੀਆਂ ਹਨ, ਅਤੇ ਮਹਾਰਾਜ ਕੀ ਇਹ ਸੰਗਤ ਤੇਰੀ, ਇਸ ਦਾ ਕੀ ਹੋਵੇਗਾ। ਉੱਥੇ ਬਹੁਤ ਸਾਰੀਆਂ ਗੱਲਾਂ ਹੋਈਆਂ। ਇਤਿਹਾਸ ਵਿੱਚ ਇਹ ਵੀ ਲਿਖਿਆ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖ ਆਖਣ ਲੱਗੇ ਮਹਾਰਾਜ ਤੁਸੀਂ ਚਲੇ ਜਾਣਾ, ਸਾਡਾ ਕੀ ਹੋਏਗਾ। ਮਹਾਰਾਜ ਕਹਿੰਦੇ ਠੀਕ ਹੈ, ਤੁਹਾਨੂੰ ਸਮਝਾ ਦਿੱਤਾ ਕਿ ਅਕਾਲ ਪੁਰਖ ਦੇ ਲੜ ਲੱਗਿਓ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ ਨੇ, ਉਹ ਤੁਹਾਡੀ ਅਗਵਾਈ ਜਿਵੇਂ ਅੱਜ ਤੱਕ ਪਹਿਲੇ 10 ਜਾਮੇ ਕਰਦੇ ਰਹੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਅਗਵਾਈ ਉਸ ਤਰ੍ਹਾਂ ਹੀ ਕਰਦੇ ਰਹਿਣਗੇ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਜਿਵੇਂ 10 ਜਾਮਿਆਂ ਵਿੱਚ ਅਗਵਾਈ ਹੋਈ, ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਤੁਹਾਡੀ ਅਗਵਾਈ ਕਰਨਗੇ, ਹਰ ਪੱਖ ਦੀ ਅਗਵਾਈ ਕਰਨਗੇ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਕੋਈ ਐਸਾ ਸਵਾਲ ਨਹੀਂ ਗੁਰਸਿੱਖੋ ਜੇ ਆ ਕੇ ਅਰਦਾਸ ਕਰਕੇ ਮਹਾਰਾਜ ਦਾ ਮੁੱਖ ਵਾਕ ਲਈਏ, ਸਾਡਾ ਹੱਲ ਨਹੀਂ ਹੈ। ਸਾਰੀ ਗੁਰਬਾਣੀ ਹੀ ਸਾਡੇ ਸਵਾਲਾਂ ਦਾ ਜਵਾਬ ਹੈ। ਪਰ ਸਿੱਖ ਸੰਗਤ ਦੇ ਵਿੱਚੋਂ ਇੱਕ ਸਿੱਖ ਉੱਠੇ, ਪੁੱਛਿਆ ਮਹਾਰਾਜ ਇੱਕ ਬੇਨਤੀ ਹੈ ਕਿ ਕਈ ਵਾਰੀ ਮਨ ਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਹਸਤੀ ਅਤੇ ਉਸਦੇ ਦਰਸ਼ਨ ਕਰਨੇ ਹੋਣ। ਸਾਡਾ ਦਿਲ ਕਰ ਆਵੇ, ਮਨ ਵਿੱਚ ਵਿਚਾਰ ਉਪਜੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੀਰ ਦੇ ਦਰਸ਼ਨ ਕਰਨੇ ਹਨ।
ਆਤਮਾ ਤਾਂ ਤੁਸੀਂ ਦਰਸਾ ਦਿੱਤੀ ਵੀ ਆਤਮਾ ਗ੍ਰੰਥ ਵਿੱਚ ਹੈ, ਤੁਹਾਡੀ ਆਤਮਾ ਦੇ ਦਰਸ਼ਨ ਹੋਣਗੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਵਾਂਗੇ। ਪਰ ਜੇ ਮਨ ਕਰੇ, ਚਿੱਤ ਕਰੇ ਕਿ ਐਸੀ ਹਸਤੀ ਜਿਹਨੇ 42 ਸਾਲ ਦੀ ਕੇਵਲ ਉਮਰ ਦੇ ਵਿੱਚ ਇਤਨੇ ਵੱਡੇ ਵੱਡੇ ਕਾਰਨਾਮੇ ਕੀਤੇ, ਐਸੇ ਗੁਰੂ ਦੇ ਸਰੀਰ ਦੇ ਦਰਸ਼ਨ ਕਰਨੇ ਹੋਣ, ਫਿਰ ਸਾਨੂੰ ਤੁਹਾਡੇ ਦਰਸ਼ਨ ਕਿਵੇਂ ਹੋਣਗੇ? ਮਹਾਰਾਜ ਇਹ ਵਚਨ ਕਰਕੇ ਜਾਓ, ਇਹ ਗੱਲ ਸਮਝਾ ਕੇ ਜਾਓ। ਗੁਰੂ ਸਾਹਿਬ ਜੀ ਨੇ ਉਸ ਵੇਲੇ ਜਿਹੜੀ ਗੱਲ ਕੀਤੀ ਨਾ, ਗੁਰਸਿੱਖੋ ਯਾਦ ਰੱਖਣਾ। ਮਹਾਰਾਜ ਕਹਿਣ ਲੱਗੇ, ਕਹਿੰਦੇ 5 ਤਿਆਰ ਪਰ ਤਿਆਰ ਸਿੰਘ ਹੋਣ, ਅੰਮ੍ਰਿਤ ਛਕਿਆ ਹੋਵੇ, ਨਿਤਨੇਮੀ ਹੋਣ, ਗੁਰੂ ਕੀ ਸਿੱਖਿਆ ਦੇ ਧਾਰਨੀ ਹੋਣ, ਉਹਨਾਂ ਦੇ ਦਰਸ਼ਨ ਕਰ ਲਓ ਤੇ ਉਹਨਾਂ ਵਿੱਚੋਂ ਮੇਰੇ ਹੀ ਦਰਸ਼ਨ ਹੋਣਗੇ। ਸਿੱਖ ਬੜੇ ਸੂਝਵਾਨ ਸਨ। ਪਿਆਰ ਵਾਲੇ, ਸੱਚ ਜਾਣਨਾ, ਸਿੱਖਾਂ ਨੇ ਆਖਿਆ ਵੀ ਮਹਾਰਾਜ ਇੱਕ ਗੱਲ ਦੱਸੋ, ਜੇ ਕਿਤੇ ਐਸੀ ਥਾਂ 'ਤੇ ਦੁਨੀਆ ਦੀ ਹੋਈਏ ਜਿੱਥੇ ਕਿ 5 ਸਿੰਘ ਨਾ ਮਿਲਣ, ਔਰ ਮਨ ਵਿੱਚ ਇਹ ਗੱਲ ਖਿਆਲ ਉਪਜੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਹਨ, ਤੇ ਸਾਨੂੰ ਦਰਸ਼ਨ ਕਿਵੇਂ ਹੋਣਗੇ? ਗੁਰੂ ਸਾਹਿਬ ਜੀ ਆਖਣ ਲੱਗੇ, ਕੋਈ ਨਹੀਂ, 4 ਸਿੰਘ ਮਿਲ ਜਾਣ, ਉਹਨਾਂ 4 ਦੇ ਦਰਸ਼ਨ ਕਰ ਲੈਣਾ। ਸਿੰਘ ਅੱਗੇ ਫਿਰ ਸਵਾਲ ਕਰਦੇ, ਮਰ ਕਿਤੇ 4 ਵੀ ਨਾ ਮਿਲਣ, ਕਿਸੇ ਐਸੀ ਥਾਂ 'ਤੇ ਹੋਈਏ, ਮਗਰ 3 ਦੇ ਦਰਸ਼ਨ ਕਰ ਲੈਣਾ। ਸਿੰਘ ਕਹਿੰਦੇ, ਮਰ ਕਿਤੇ 3 ਵੀ ਨਾ ਮਿਲਣ, ਮਰ ਕਹਿੰਦੇ 2 ਸਿੰਘ ਮਿਲ ਜਾਣ, ਉਹਨਾਂ ਦੇ ਦਰਸ਼ਨ ਕਰ ਲੈਣਾ। ਕਿਤੇ 2 ਵੀ ਨਾ ਮਿਲੇ, ਮਰ ਕਹਿੰਦੇ ਕੋਈ 1 ਸਿੰਘ ਮਿਲ ਜਾਵੇ, ਉਹਦੇ ਦਰਸ਼ਨ ਕਰ ਲੈਣਾ। ਮਰ ਹੋ ਸਕਦਾ ਦੁਨੀਆ ਵਿੱਚ ਐਸੀ ਥਾਂ 'ਤੇ ਵੀ ਜਿੱਥੇ ਦੂਜਾ ਕੋਈ ਸਿੱਖ ਹੀ ਨਾ ਰਹਿੰਦਾ ਹੋਵੇ, ਤੇ ਇਕੱਲਾ ਹੀ ਸਿੱਖ ਹੋਵੇ, ਔਰ ਤੁਹਾਡੇ ਦਰਸ਼ਨ ਕਰਨੇ ਹੋਣ, ਤੇ ਦਰਸ਼ਨ ਕਿਵੇਂ ਹੋਣਗੇ? ਮਹਾਰਾਜ ਦੱਸ ਕੇ ਜਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਗੱਲ ਆਖੀ ਸੀ, ਪਿਆਰ ਵਾਲੋ, ਬੜੀ ਪਿਆਰੀ ਸੀ। ਆਖਣ ਲੱਗੇ, ਸਿੱਖਾ ਫਿਰ ਇੱਕ ਕੰਮ ਕਰਨਾ, ਜੇ ਸੱਚੀ ਮੁੱਚੀ ਮੇਰੇ ਦਰਸ਼ਨ ਕਰਨੇ ਨੇ, ਮਨ ਚਿੱਤ ਵਿੱਚ ਆਵੇ, ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਬਾਣਾ ਸਰੀਰ 'ਤੇ ਸਜਾ ਕੇ, ਨਿਤਨੇਮ ਕਰਕੇ ਜਦੋਂ ਸ਼ੀਸ਼ੇ ਦੇ ਸਾਹਮਣੇ ਜਾਓਗੇ ਤਾਂ ਉਸ ਦੇ ਵਿੱਚੋਂ ਮੇਰੇ ਹੀ ਤੁਹਾਨੂੰ ਦਰਸ਼ਨ ਹੋਣਗੇ। ਇੱਕ ਵਾਰੀ ਉਚਾਰਨ ਕਰੋ, ਸਤਿਨਾਮ, ਮੇਰੇ ਹੀ ਤੁਹਾਨੂੰ ਦੀਦਾਰ ਹੋਣਗੇ। ਇਹ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਕਿਉਂਕਿ ਇਹ ਜਿਹੜਾ ਸਿਧਾਂਤ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 2 ਵਾਰੀ ਇਹ ਸਿਧਾਂਤ ਸਾਡੇ ਸਾਹਮਣੇ ਪਹਿਲਾਂ ਵੀ ਰੱਖ ਚੁੱਕੇ ਸਨ। ਜਿਹੜਾ ਸਿਧਾਂਤ ਪੁੱਛਿਆ ਸੀ ਨਾ ਸਿੱਖਾਂ ਨੇ ਵੀ ਤੁਹਾਡੇ ਸਰੀਰ ਦੇ ਦਰਸ਼ਨ, ਮਹਾਰਾਜ ਨੇ ਆਖਿਆ ਸੀ ਕਿਉਂਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ ਹੈ। ਤੇ ਗੁਰੂ ਸਾਹਿਬ ਨੇ ਇਹ ਸਿਧਾਂਤ ਨੂੰ, ਸਭ ਤੋਂ ਪਹਿਲਾ ਸਿਧਾਂਤ ਜਦੋਂ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਨਾ, ਆਪ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਪਰ ਫਿਰ ਆਪ ਜੀਆਂ ਨੇ 5 ਕੋਲੋਂ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਸਨ। ਦੂਜੀ ਵਾਰੀ 5 ਪਿਆਰਿਆਂ ਦਾ ਜਿਹੜਾ ਇਹ ਗੁਰੂ ਪੰਥ ਦਾ ਸਿਧਾਂਤ ਹੈ ਨਾ, ਗ੍ਰੰਥ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ, ਆਤਮਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਪੰਥਕ ਤੌਰ ਤੋਂ ਜਿਹੜਾ ਗੁਰੂ ਦਾ ਸਰੀਰ ਉਹ ਗੁਰੂ ਪੰਥ ਵਿੱਚ ਹੈ। ਦੂਜੀ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ ਜਦੋਂ ਗੁਰੂ ਸਾਹਿਬ ਨੇ ਆਪਣੇ ਦੋਵੇਂ ਸਾਹਿਬਜ਼ਾਦੇ ਵਾਰ ਦਿੱਤੇ, ਆਪਣੇ ਪਿਆਰੇ ਸਿੰਘ ਵਾਰ ਦਿੱਤੇ, ਸ਼ਾਮ ਹੋ ਗਈ, ਰਹਿਰਾਸ ਸਾਹਿਬ ਦਾ ਪਾਠ ਹੋਇਆ ਸੀ, ਤੇ ਭਾਈ ਦਇਆ ਸਿੰਘ ਨੇ ਆਖਿਆ ਸੀ, ਭਾਈ ਮਾਨ ਸਿੰਘ ਨੇ ਆਖਿਆ, ਭਾਈ ਧਰਮ ਸਿੰਘ ਨੇ ਆਖਿਆ, ਭਾਈ ਸੰਗਤ ਸਿੰਘ ਨੇ ਅਲੱਗ-ਅਲੱਗ ਹੋ ਕੇ ਆਖਿਆ, ਮਹਾਰਾਜ ਸਾਡੀ ਬੇਨਤੀ ਹੈ ਵੀ ਚਮਕੌਰ ਸਾਹਿਬ ਦੀ ਗੜੀ ਛੱਡ ਕੇ ਚਲੇ ਜਾਓ। ਮਹਾਰਾਜ ਕਹਿ ਰਹੇ ਸਨ, ਸਵੇਰ ਹੋਵੇਗੀ, ਪਹਿਲਾ ਜੱਥਾ ਲੈ ਕੇ ਮੈਂ ਮੈਦਾਨੇ ਜੰਗ ਵਿੱਚ ਜਾਵਾਂਗਾ, ਔਰ ਇੱਥੇ ਹੀ ਜੂਝ ਕੇ ਸ਼ਹਾਦਤ ਪਾਵਾਂਗਾ। ਸਾਰੇ ਸਿੰਘਾਂ ਨੇ ਅਲੱਗ-ਅਲੱਗ ਆਖਿਆ। ਉਸ ਵੇਲੇ ਮਹਾਰਾਜ ਨੇ ਆਖਿਆ, ਨਹੀਂ, ਪਹਿਲਾ ਜੱਥਾ ਸਵੇਰ ਹੋਵੇਗੀ, ਅਸੀਂ ਜਾਵਾਂਗੇ। ਭਾਈ ਦਇਆ ਸਿੰਘ ਨੇ ਆਖਿਆ ਵੀ ਗੁਰੂ ਸਾਹਿਬ ਜੀ ਨੇ ਗ੍ਰੰਥ ਤੇ ਪੰਥ ਦਾ ਸਿਧਾਂਤ ਕਾਇਮ ਕੀਤਾ, ਇਸ ਕਰਕੇ 5 ਪਿਆਰਿਆਂ ਕੋਲੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਿਆ ਸੀ, ਔਰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਸਨ। ਇਹ ਆਖਿਆ ਸੀ ਵੀ 5 ਪਿਆਰਿਆਂ ਦਾ ਹੁਕਮ ਮੇਰੇ ਸਿਰ ਮੱਥੇ 'ਤੇ। 5 ਸਿੰਘ ਇਕੱਠੇ ਹੋਏ ਚਮਕੌਰ ਸਾਹਿਬ ਦੀ ਗੜੀ ਵਿੱਚ। ਗੁਰੂ ਸਾਹਿਬ ਨੂੰ ਉਸ ਵੇਲੇ ਹੁਕਮ ਲਾਇਆ ਸੀ, ਤੁਹਾਨੂੰ ਚਮਕੌਰ ਸਾਹਿਬ ਦੀ ਗੜੀ ਛੱਡ ਕੇ ਜਾਣਾ ਪਏਗਾ, ਸਾਡੀ ਬੇਨਤੀ ਨਹੀਂ ਹੁਣ। 5 ਸਿੰਘਾਂ ਦਾ ਹੁਕਮ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਵੀ ਸਾਡਾ ਖਾਲਸਾ ਪੰਥ ਦਾ ਹੁਕਮ ਹੈ, ਤੁਹਾਨੂੰ ਗੜੀ ਛੱਡਣੀ ਪੈਣੀ, ਕੋਈ ਬੇਨਤੀ ਨਹੀਂ ਹੁਣ। ਸਾਰੇ ਸਿੱਖਾਂ ਨੇ ਆਪਣੇ ਆਪਣੇ ਵੱਲੋਂ ਬੇਨਤੀ ਕੀਤੀ ਸੀ, ਪਰ ਗੁਰੂ ਸਾਹਿਬ ਜੀ ਨੇ ਜਦੋਂ ਸਿੰਘਾਂ ਨੇ ਆਖਿਆ 5 ਸਿੰਘਾਂ ਦਾ ਹੁਕਮ ਹੈ ਤੁਹਾਨੂੰ, ਗੁਰੂ ਪੰਥ ਦਾ ਹੁਕਮ ਹੈ ਤੁਹਾਨੂੰ, ਚਮਕੌਰ ਸਾਹਿਬ ਦੀ ਗੜੀ ਛੱਡ ਕੇ ਮਹਾਰਾਜ ਨੇ ਸੀਸ ਝੁਕਾਇਆ, ਆਖਿਆ ਵੀ 5 ਦੇ ਅੱਗੇ ਮੇਰੀ ਪੇਸ਼ ਨਹੀਂ ਜਾਂਦੀ। ਇੱਕ ਵਾਰੀ ਉਚਾਰਨ ਕਰੋ, ਸਤਨਾਮ, ਕਿਉਂਕਿ ਇਨ ਪੰਚਨ ਮੈਂ ਮੇਰਾ ਵਾਸਾ। ਇਹ 5 ਪਿਆਰੇ ਗੁਰੂ ਨੇ,
हो सिखा जे तू ਤਿਆਰ पर ਤਿਆਰ हो जाए तो सतगुर कहते ने खालसा मेरो रूप है खास खालसे मैं हूँ करो निवास। महाराज ने तो इत्थे तक आख्या कि खालसा मेरा सतगुर पूरा खालसा मेरा सज्जन सूरा। सो कहते जो कोई खालसा होवे मेरा पूरा सतगुर है। हर सिख सतगुर हो सकता है। मैं बेनती करा जे भाई लैना गुरु अंगद हो सकते ने, बाबा अमरदास गुरु अमरदास हो सकते ने, भाई जेठा गुरु रामदास बन सकता है, तो हर सिख पूरा सतगुर बन सकता है। पर उस दे विच खालसे वाले गुण होने चाहिए। खालसा होना ये गुरु गोबिंद सिंह महाराज के फैसले ने, मैं अपने नहीं सुना रहा, सिर्फ बाणी विचों और गुरु इतिहास के विचों तुहाडे नाल गल्लां कर रहा। उत्थे गुरु साहब जी ने पंज प्यारिਆਂ ਦਾ हुक्म मन के चमकौर साहब की गड़ी छड्डी सी। तो उस वेले जदों ये घटना वापरी है, महाराज जी का वो जख्म खुलिया सी दोबारा, तो सिंह आसे पासे ही बैठे रहे ने। एक खिण वास्ते भी सिंह आसे पासे नहीं हुए। विद्वान कवि सेनापति जी 52 कवियों विचों गुरु साहब के एक कवि ने, वो आखते ने कहते एक दिवस कारण ते आगे मिल के सिंह पूछने लागे। सारे सिंह इकट्ठे सन, मिल के पूछन लगे कवन रूप आपन प्रभ कीनो। महाराज केड़ा रूप बनाया अपना हुन अगे। तिनको जवाब इस भांत दीनो, ये रहतनामा है। कहते ताहे समय गुर बैन सुनायो खालस अपना रूप बतायो। महाराज कहते मेरा रूप तो भाई खालसा है, खालसा ही है मुँह मम काजा बख्श देव खालसे को जामा। कहते मेरा काज ही खालसा बनाना सी ते मेरा काम पूरा हो गया, मैं अपना जामा खालसे नूं बख्श के जाना। उस चमकौर साहब की गड़ी विच भाई संगत सिंह नूं अपना जामा बख्श के गए सन। अपनी जिगरा कला अपना कलगी अपने वस्त्र भाई संगत सिंह नूं पा के गए सन। उस गुरु दे सिख हाँ जिसने अपना बाणा भी साडे शरीर ते सजा दिता। ये सारियां गल्लां बातां हुईयां। गुरु के अनन सरदालू प्रीतमान सिख वो बैठे हुए ने, गल्लां कर रहे ने, अखां विचों अथरू बग रहे ने। बगन भी क्यों ना, क्योंकि इतनी सोहनी अगवाई गुरु गोबिंद सिंह महाराज ने सिंघां दी कीती सी। उस वेले महाराज ने आख्या दूसर रूप ग्रंथ जी जान। भाई मेरा दूजा जिहड़ा रूप है, हुण सुन लो सारे, किसी ने रोना नहीं है, विलकना नहीं है। मेरा दूजा रूप गुरु ग्रंथ साहब है। उनके संग मेरो कर मान, पाओ कि उन्हां दा संग कर ते मेरा संग मान भी। मैं गुरु गोबिंद सिंह महाराज दा संग मान रहा। ये समझो, अखां बंद करके वेखो भी गुरु ग्रंथ साहब के थां ते गुरु गोबिंद सिंह महाराज बैठे ने। महाराज कहने बिल्कुल इस तरह समझो जिवें मैं बैठदा, इस तरह गुरु ग्रंथ साहब जी तखत ते बैठा करनगे। एक बार उच्चारण करो सतनाम। अज उसी तखत की आपां गल करते हाँ। चबर छत्र तखत दे मालक गुरु ग्रंथ साहब जी। महाराज आखन लगे खालसा जी याद रखो कि अज जीवन के अंदर कहते ये मेरा स्वरूप ने गुरु ग्रंथ साहब जी। दूसर रूप ग्रंथ जी जान, इनका संग मेरो कर मान। जो सिख गुर दर्शन की चाहे, जिहड़ा सिख चाहुंदा भी गुरु के दर्शनां की चाहत है, दर्शन करे ग्रंथ जी आहे। ये गुरु गोबिंद सिंह महाराज लास्ट वक्त विच कह रहे हैं, सिंह उसनूं नोट कर रहे हैं जदों महाराज जाण वाले हैं, जदों महाराज ने अपना चोला त्यागना है। उस वेले कह रहे हैं जे सिखो तुहानूं दर्शन की चाहत है तो गुरु ग्रंथ साहब जी दे आके दर्शन करियो। गुरु गोबिंद सिंह महाराज दे तुहानूं दर्शन होणगे। सिंह कहण लगे महाराज तुहाडे नाल कोई गलबात करनी होवे, अगे तो कर लैंदे सी, सामने हुंदे सी, ते हुण अगे जे मन करे गलबात करनी है। प्यार वाले उस सतगुरु कहंदे जो मम साथ चहे कर बात। जिहड़ा मेरे नाल गल करना चाहुंदा है, ग्रंथ जी पढ़े विचारे साथ। गुरु ग्रंथ साहब पढ़े और नाल नाल विचार के पढ़े, मेरे नाल गल्लां होणगियां, मेरे नाल बातां तुहाडीआं होणगियां। और समझ लो कि जदों तुसीं विचार के गुरु ग्रंथ साहब का पाठ करोगे तो इस तरह समझो कि मेरे नाल तुसीं गल्लां बातां कर रहे हो। फिर सिखां ने आख्या जो मुझ बचन सुनन की चाहे। मारकन थोड़े बचन सुनने होण, मारकन ने जे मेरे बचन सुनन की चाहत है ना, ग्रंथ जी पढ़ा सुनया चित लाए। ग्रंथ नूं पढ़ो, चित ला के सुनो, समझ लो कि तुसीं मेरी बातां सुन रहे हो। मेरे बचन सुनन की चाहत है ना तुहाडे अंदर, तो गुरु ग्रंथ साहब नूं चित ला के सुनो। मेरा रूप ग्रंथ जी जान, इसमें भेद नहीं कछ मान। मारकन ने मेरा रूप गुरु ग्रंथ साहब जी, इस दे विच कोई रंचक मात्र भी भेद नहीं है। मम आग्या सब ही सुनो। महाराज ने आख्या मेरी आग्या सारे सुन लो। सारे सिखां नूं कहा सत बात कहंदे ने निरधार, ग्रंथ गुरु समझानियो
ਭੇਦ ਨਾ ਕੋ ਵਿਚਾਰ। ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੇਰੇ ਸਮਾਨ ਜਾਣਿਆ ਔਰ ਕੋਈ ਇਸ ਦੇ ਵਿੱਚ ਭੇਦ ਨਹੀਂ ਕਰਨਾ, ਇਹ ਮੇਰਾ ਹੀ ਰੂਪ ਹਨ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਗੱਦੀ ਦੇ ਦਿੱਤੀ ਸੀ। ਆਪ ਜੀ ਸਿੰਘਾਂ ਦੇ ਜੋ ਵਿਚਾਰ ਮਨ ਵਿੱਚ ਚੱਲ ਰਹੇ ਸਨ, ਜੋ ਸਵਾਲਾਤ ਸਨ, ਉਹਨਾਂ ਸਭ ਦੇ ਜਵਾਬ ਦੇ ਕੇ 6 ਅਤੇ 7 ਅਕਤੂਬਰ ਦੀ ਰਾਤ ਸਵੇਰ ਦਾ ਵੇਲਾ ਗੁਰੂ ਸਾਹਿਬ ਜੀ ਸਰੀਰ ਚੋਲਾ ਤਿਆਗ ਜਾਂਦੇ ਹਨ। ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਇਹ 1708 ਦੀ 6 ਅਤੇ 7 ਅਕਤੂਬਰ ਦੀ ਰਾਤ ਨੂੰ ਜਦੋਂ ਮਹਾਰਾਜ ਨੇ ਚੋਲਾ ਤਿਆਗਿਆ, ਸਤਿਗੁਰੂ ਜੀ ਨਿਰਦੇਸ਼ ਕਰ ਗਏ ਸਨ, ਕਿਉਂਕਿ ਸਿੱਖੀ ਦਾ ਨਿਰਦੇਸ਼ ਇਹੀ ਰਹੇਗਾ, ਅਸੀਂ ਅੱਜ ਜੋ ਮਰਜ਼ੀ ਬਣਾ ਲਈਏ, ਰਾਮਕਲੀ ਸਦ ਸਾਨੂੰ ਪੜ੍ਹ ਕੇ ਵਿਚਾਰਨ ਦੀ ਲੋੜ ਹੈ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਜਾਣ ਲੱਗੇ ਸੀ ਤੇ ਉਹਨਾਂ ਨੇ ਇਹ ਬਚਨ ਰਾਮਕਲੀ ਸਦ ਵਿੱਚ ਜੋ ਦਰਜ ਹਨ, ਉਹੀ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਣ ਵੇਲੇ ਆਖੇ ਸਨ ਵੀ ਮੇਰੇ ਜਾਣ ਪਿੱਛੋਂ ਕੀ ਕਰਨਾ। ਤੇ ਰਾਮਕਲੀ ਸਦ ਵਿੱਚ ਕੀ ਲਿਖਿਆ ਹੈ? ਮਹਾਰਾਜ ਨੇ ਲਿਖਿਆ ਹੈ, ਕਹਿੰਦੇ ਨੇ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਉਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਕਹੀਆਂ ਵੀ ਮੇਰੇ ਜਾਣ ਪਿੱਛੋਂ ਰੋਣਾ ਨਹੀਂ ਕਿਸ ਨੇ, ਕਿਉਂਕਿ ਅਸੀਂ ਜੀਵਨ ਸਫਲਾ ਕਰਕੇ ਜਾ ਰਹੇ ਹਾਂ, ਅਸੀਂ ਸੰਸਾਰ ਨੂੰ ਕੁਝ ਦੇ ਕੇ ਜਾ ਰਹੇ ਹਾਂ। ਰੋਂਦਾ ਉਹ ਹੈ ਜਿਸ ਦਾ ਕੁਝ ਗਵਾਚ ਜਾਂਦਾ ਹੈ, ਜਿਹਦੇ ਜੀਵਨ 'ਚ ਘਾਟਾ ਪੈ ਜਾਏ ਉਹ ਰੋਂਦਾ ਹੈ। ਅਸੀਂ ਘਾਟਾ ਪਾ ਕੇ ਨਹੀਂ ਜਾ ਰਹੇ, ਇੱਥੇ ਸਭ ਕੁਝ ਕਮਾ ਕੇ ਜਾ ਰਹੇ ਹਾਂ, ਲਾਹਾ ਲੈ ਕੇ ਜਾ ਰਹੇ ਹਾਂ ਔਰ ਤੁਹਾਨੂੰ ਲਾਹਾ ਦੇ ਕੇ ਜਾ ਰਹੇ ਹਾਂ, ਇਸ ਕਰਕੇ ਕਿਸੇ ਨੇ ਰੋਣਾ ਨਹੀਂ ਹੈ। ਉਹ ਸਾਰੀਆਂ ਵਿਚਾਰਾਂ ਜੋ ਰਾਮਕਲੀ ਸੱਚ ਲਿਖੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਈਆਂ ਔਰ ਆਖਿਆ ਸਾਡਾ ਇਸ ਤਰ੍ਹਾਂ ਸੰਸਕਾਰ ਕਰਨਾ ਔਰ ਕੋਈ ਭਰਮ ਨਹੀਂ ਕਰਨਾ। ਗੁਰੂ ਸਾਹਿਬ ਜੀ ਦਾ ਚੰਦਨ ਦੀਆਂ ਲੱਕੜਾਂ ਇਕੱਠਾ ਹੋ ਕਰਕੇ ਉੱਥੇ ਸੰਸਕਾਰ ਕੀਤਾ ਗਿਆ ਔਰ ਗੁਰੂ ਸਾਹਿਬ ਜੀ ਨੂੰ ਗੁਲਾਬ ਜਲ ਦੇ ਨਾਲ ਇਸ਼ਨਾਨ ਕਰਾਇਆ ਗਿਆ, ਜੋ ਇਤਿਹਾਸ 'ਚ ਲਿਖਿਆ ਮਿਲਦਾ ਹੈ। ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੀਰ ਦੀ ਸੰਭਾਲ ਕੀਤੀ ਗਈ। ਇਹ ਗੱਲ ਵੱਖਰੀ ਹੈ ਕਿ ਤੁਸੀਂ ਹਜ਼ੂਰ ਸਾਹਿਬ ਜਾਓ ਅਤੇ ਉਹਨਾਂ ਦਾ ਜਿਹੜਾ ਸਥਾਨ ਸੱਚਖੰਡ ਪਿਆਨਾ ਦਾ ਲਿਖਿਆ ਅਤੇ ਕਹਿੰਦੇ ਘੋੜੇ ਸਵਾਰੀ ਚਲੇ ਗਏ ਸਨ। ਇਹ ਸਭ ਮਨਮਤ ਦੀਆਂ ਗੱਲਾਂ ਹਨ, ਗੁਰਮਤਿ ਇਸ ਦੇ ਵਿੱਚੋਂ ਕੁਛ ਵੀ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਸਾਨੂੰ 47 ਤੋਂ ਬਾਅਦ ਬੜਾ ਹੀ ਹਾਸੋਹੀਣੀਆਂ ਗੱਲਾਂ ਇਤਿਹਾਸ ਦੀਆਂ ਸਾਡੇ ਨਾਲ ਜੋੜ ਦਿੱਤੀਆਂ ਗਈਆਂ। ਜਿਵੇਂ ਹੋਰ ਇਤਿਹਾਸ ਕਰਾਮਾਤ ਨਾਲ ਭਰੇ ਹੋਏ ਨੇ, ਉਹ ਕਰਾਮਾਤਾਂ ਜੋ ਗੁਰਮਤ ਨਹੀਂ ਮੰਨਦੀ, ਸਾਨੂੰ ਵੀ ਉਹਨਾਂ ਕਰਾਮਾਤਾਂ ਦੇ ਇਰਦ ਗਿਰਦ ਇਤਿਹਾਸ ਵਿੱਚ ਪਾ ਕੇ ਔਰ ਸਾਡੇ ਬੱਚਿਆਂ ਨੂੰ ਸਾਨੂੰ ਇਸ ਤਰ੍ਹਾਂ ਦੀ ਵਿਚਾਰ ਦ੍ਰਿੜ ਕਰਾਈ ਜਾ ਰਹੀ ਹੈ ਕਿ ਮਹਾਰਾਜ ਘੋੜੇ ਸਮੇਤ ਹੀ ਚਲੇ ਗਏ ਸਨ। ਔਰ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਕਰਾਮਾਤ ਕਹਿਰ ਦਾ ਨਾਮ ਹੈ। ਇਹ ਤਾਂ ਕਰਾਮਾਤ ਹੀ ਹੋਈ ਨਾ ਜੀ, ਵੀ ਘੋੜੇ ਸਮੇਤ ਹੀ ਪਰ ਚਲੇ ਗਏ। ਇਹ ਸਰੀਰ ਆਏਗਾ, ਜਿਵੇਂ ਆਏਗਾ ਉਸ ਤਰ੍ਹਾਂ ਜਾਏਗਾ, ਕਿਉਂਕਿ ਜਨਮੰ ਤਾਂ ਮਰਨੰ, ਜਨਮ ਹੈ ਤਾਂ ਮਰਨ ਹੈ। ਜਿਸ ਤਰ੍ਹਾਂ ਜਨਮ ਦੀ ਕਿਰਿਆ ਉਸ ਤਰ੍ਹਾਂ ਹੀ ਮਰਨ ਦੀ ਕਿਰਿਆ। ਗੁਰੂ ਸਾਹਿਬ ਨੇ ਕੋਈ ਵੱਖਰਾ ਨਹੀਂ ਕੀਤਾ। ਕੋਈ ਸਾਨੂੰ ਬੜੇ ਉਹਨਾਂ ਕਰਮ ਕਾਂਡਾਂ 'ਚੋਂ ਕੱਢ ਕੇ ਇੱਕ ਸੋਹਣਾ ਜੀਵਨ ਜਾਚ ਬਖਸ਼ੀ ਔਰ ਇਹ ਸਾਰਾ ਇਤਿਹਾਸ ਦੇ ਪੱਖ ਲਿਖੇ ਹੋਏ ਨੇ ਪੁਰਾਤਨ ਕਿ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ ਔਰ ਗੁਰੂ ਸਾਹਿਬ ਜੀ ਉੱਥੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਅੰਗੀਠੇ ਨੂੰ ਸੰਭਾਲਿਆ ਗਿਆ। ਉੱਥੇ ਹੀ ਅੱਜ ਉਹ ਅਸਥਾਨ ਹੈ ਜਿੱਥੇ ਅਸੀਂ ਜਾ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਾਂ। ਸੋ ਗੁਰੂ ਕਿਰਪਾ ਕਰੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਦੇ ਦਿਨ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥਿਆ ਰਾਮ ਦੇ ਮਾਂ ਵਾਕ ਅਨੁਸਾਰ ਜੋਤੀ ਜੋਤ ਸਮਾ ਗਏ। ਉਹਨਾਂ ਦਾ ਸੰਸਕਾਰ ਹੋਇਆ ਔਰ ਸਾਨੂੰ ਗੁਰੂ ਪੰਥ ਅਤੇ ਗੁਰੂ ਗ੍ਰੰਥ 'ਤੇ ਲੜ ਲਾ ਕੇ ਗਏ ਔਰ ਸਾਨੂੰ ਹੁਕਮ ਕਰਕੇ ਗਏ, ਆਗਿਆ ਪਹੀ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਕੋਲੋਂ ਅਗਵਾਈ ਲੈਣੀ ਹੈ। ਅਸੀਂ ਆਪ ਪੰਥ ਵਾਸਤੇ ਕਈ ਵਾਰੀ ਕਹਿੰਦੇ ਨੇ ਵੀ ਕੋਈ ਅੰਮ੍ਰਿਤਧਾਰੀ ਦੇ ਦਰਸ਼ਨ ਕਰੀਏ, ਅਤੇ ਮੈਂ ਬੇਨਤੀ ਕਰਾਂਗਾ ਸਾਰੇ ਅੰਮ੍ਰਿਤਧਾਰੀ ਹੋਵੋ, ਗੁਰੂ ਵਾਲੇ ਬਣੋ, ਆਪਣੇ ਆਪ ਨੂੰ ਤਿਆਰ ਪਰ ਤਿਆਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਂ ਤੇਰੇ ਵਿੱਚ ਹੀ ਬੈਠ ਕੇ ਤੈਨੂੰ ਆਪਣੇ ਰੂਪ ਦੇ ਦਰਸ਼ਨ ਦਿਖਾਉਣਾ ਚਾਹੁੰਦਾ। ਅਤੇ ਇਸ ਕਰਕੇ ਅਸੀਂ ਗੁਰੂ ਸਾਹਿਬ ਦੇ ਜੇ ਦਰਸ਼ਨ ਕਰਨਾ ਚਾਹੁੰਦੇ ਹਾਂ, ਵਾਕਈ ਗੁਰੂ ਸਾਹਿਬ ਨੂੰ ਪਿਆਰ ਕਰਦੇ ਹਾਂ, ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਪਿਆਰ ਕਰੀਏ, ਗੁਰੂ ਸਾਹਿਬ ਦੀ ਜਿਹੜੀ ਅਗਵਾਈ ਹੈ ਉਸ ਨੂੰ ਕਬੂਲ ਕਰੀਏ। ਇਤਨੀਆਂ ਬੇਨਤੀਆਂ ਪ੍ਰਵਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਨ ਪੁਰਬ 'ਤੇ ਮਹਾਰਾਜ ਜੀ ਨੂੰ ਕੋਟ ਕੋਟ ਨਮਨ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਸਾਨੂੰ ਇਹ ਮਾਣ ਬਖਸ਼ਿਆ ਹੈ, ਸਾਨੂੰ ਜੀਣ ਦੇ ਅਧਿਕਾਰ ਬਖਸ਼ੇ ਹਨ। ਐਸੇ ਸਤਿਗੁਰ ਤੋਂ ਸਦਕੇ ਜਾਈਏ, ਕੁਰਬਾਨ ਹੋਈਏ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ, ਗੁਰੂ ਕੇ ਬਚਨ ਹਿਰਦੇ ਵਿੱਚ ਵਸਾ ਲੈਣਾ। ਫਤਿਹ ਦੀ ਸਾਨ ਕਰੋ ਪਿਆਰ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣੇ